Good morning, ninth class. This is Varun Goyal from Raipur Public School, Raipur, with chapter number 4, exercise 4.3, question number 1. Beta, as in the previous video, I told you, मैं ਤੁਹਾਨੂੰ पहले ही दस चुका हूँ, you need graph in this exercise. So I hope so you are all with your graph papers and pen. So let us continue this exercise. Very easy and entertaining exercise is this one for me also, and I think after solving this question, this will be your favorite exercise. Let us continue. Draw the graph of each of the following equations. Graph तुसी बहुत छोटी क्लासेस से करते आ रहे हो. I think maybe starting from 6th class. Now it is to 9th class. But these questions are quite easy. Simple graph draw करना है आपका. Graph draw करने के लिए criteria की है. सब तो पहले इक्वेशन के ऊपर फोकस करो. जो भी इक्वेशन अपन गिवन है ना, उसकी वैल्यू एक वेरिएबल ਦੇ ਵਿੱਚ फाइंड आउट कर लेना. ਹੁਣ देखो ਇੱਥੇ मैं ਕੀ ਕੀਤਾ. इस क्वेश्चन ਦੇ ਵਿੱਚ मैं ਕੀ ਕੀਤਾ ਵਾ, x इधर ही रखी है, y इधर प्लस इधर की होगी माइनस. ਤੁਸੀਂ ਇਹ ਵੀ ਕਰ ਸਕਦੇ ਹੋ ਵੀ y ਨੂੰ ਇੱਧਰ ਰੱਖ ਲਓ, x ਨੂੰ ਇੱਧਰ ਲੈ ਕੇ ਆਓ, ਮਾਈਨਸ ਹੀ ਹੋ ਜੂਗੀ. ਦੋਨੋਂ ਹੀ ਈਜ਼ੀ ਹੈ. ਉਸ ਤੋਂ ਬਾਅਦ ਬੇਟਾ ਇੱਥੇ ਇੱਕ ਬਾਕਸ ਬਣਾ ਲਓ. ਪੁੱਟ ਹੇਅਰ x, ਇੱਥੇ ਪੁੱਟ ਕਰ ਦਿਓ y. ਹੁਣ ਤੁਸੀਂ ਇੱਥੇ y ਦੀ ਵੈਲਿਊ ਸਭ ਤੋਂ ਪਹਿਲਾਂ ਕੀ ਪੁੱਟ ਕਰੋਗੇ, ਹਮੇਸ਼ਾ ਰਾਜੇ ਯਾਦ ਰੱਖਿਓ ਤਕਰੀਬਨ ਆਪਾਂ 0 ਪੁੱਟ ਕਰਾਂਗੇ ਹਰ ਵਾਰ. ਠੀਕ ਹੈ. ਸੋ y ਨੂੰ ਮੈਂ ਇੱਥੇ 0 ਰਿਪਲੇਸ ਕਰਦਾ. ਜਦੋਂ y ਇੱਥੇ 0 ਆਊਗੀ, 4 0 ਕਿੰਨਾ ਹੋ ਗਿਆ, 0 ਹੋ ਗਿਆ. ਇਹਦਾ ਮਤਲਬ x ਦੀ ਵੈਲਿਊ ਕਿੰਨੀ ਆਊਗੀ, 4. ਜਦੋਂ ਮੈਂ y ਨੂੰ 1 ਪੁੱਟ ਕਰਦਾ, 4 1 ਇਟ ਵਿਲ ਬੀ 3. ਤਾਂ x ਦੀ ਵੈਲਿਊ ਕਿੰਨੀ ਹੋ ਰਹੀ ਹੈ, 3 ਹੋ ਰਹੀ ਹੈ. ਇਸੇ ਤਰ੍ਹਾਂ ਹੀ ਜੇ ਮੈਂ y ਨੂੰ 4 ਪੁੱਟ ਕਰਦਾ, ਠੀਕ ਹੈ, y ਨੂੰ 4 ਪੁੱਟ ਕਰ ਦਿੰਦੇ ਹਾਂ, 4 4 x ਦੀ ਵੈਲਿਊ ਕਿੰਨੀ ਆ ਜੂਗੀ ਆਪਣੇ ਕੋਲ, 0 ਆ ਜੂਗੀ. ਆਪਣੇ ਕੋਲ ਪੁਆਇੰਟਸ ਆ ਗਏ. ਇਹ ਜਿਹੜੇ ਪੁਆਇੰਟਸ ਆਪਣੇ ਕੋਲ ਆਏ, ਤੁਸੀਂ ਬੇਟਾ ਮੈਕਸਿਮਮ 3 ਪੁਆਇੰਟਸ ਈਚ ਐਂਡ ਐਵਰੀ ਕੁਐਸਚਨ ਦੇ ਵਿੱਚ ਫਾਈਂਡ ਕਰੋਗੇ. 3 ਪੁਆਇੰਟਸ ਮੈਕਸਿਮਮ ਆ. 3 ਪੁਆਇੰਟ ਆਪਾਂ ਫਾਈਂਡ ਕਰ ਲਏ. ਇਹਨਾਂ ਨੂੰ ਪਲਾਟ ਕਰਨਾ. ਹੁਣ ਪਲਾਟ ਕਰਨਾ ਕਿਵੇਂ, ਉਹ ਧਿਆਨ ਨਾਲ ਸਿੱਖੋ. ਦੇਖੋ x ਦੀ ਵੈਲਿਊ 0 ਸੌਰੀ x ਦੀ ਵੈਲਿਊ 4 ਹੈ, y ਦੀ ਵੈਲਿਊ 0 ਹੈ. x ਦੀ ਵੈਲਿਊ 4 ਤਾਂ ਆ ਸੀ, ਦਿਸ ਵਨ. y ਦੀ ਵੈਲਿਊ 0 ਮਤਲਬ ਇਹ ਇਸੇ ਲਾਈਨ ਦੇ ਉੱਪਰ ਸਾਹਮਣੇ ਆਪਾਂ ਇਹ ਪੁਆਇੰਟ ਨੂੰ ਇੰਡੀਕੇਟ ਕਰ ਦਾਂਗੇ. नेक्स्ट आता है x की वैल्यू 3 बट y की वैल्यू कितनी है 1. x की वैल्यू 3 फाइंड कर लो, इतनी है, y की वैल्यू 1 इतनी है. दोनों के सामने जो भी पॉइंट आ रहे हैं, दिस पॉइंट इनको अपन इंडिकेट करेंगे. नेक्स्ट आपको अंदर x की वैल्यू 0 है, y की वैल्यू कितनी है 4. x 0 इतनी है, y 4 अपना इतनी है. सो दिस विल बी अ पॉइंट. तीनों पॉइंट्स अपन लोकेट करते हैं. हम तीन पॉइंट्स लोकेट करने के बाद इन्हां नूं बेटा कर दो ज्वाइन. ठीक है जी. सो दिस विल बी द ग्राफ ऑफ दिस क्वेश्चन. बेटा मैं इतने फ्री हैंड ਤਾਂ कर रहा हाँ बिकॉज इट इज़ नॉट पॉसिबल टू यूज स्केल ऑन द बोर्ड. ਤੁਸੀਂ ਕੀ ਕਰਨਾ ਵਾ, ਪ੍ਰੋਪਰ ਗ੍ਰਾਫ ਪੇਪਰ ਲੈ ਕੇ ਉਹਦੇ ਉੱਪਰ ਗ੍ਰਾਫ ਡਰਾ ਕਰੋਗੇ. ਫਿਰ ਉਸ ਤੋਂ ਬਾਅਦ ਵਿਦ ਦ ਹੈਲਪ ਆਫ ਸਕੇਲ ਤੁਸੀਂ ਇਹ ਲਾਈਨਸ ਵਗੈਰਾ ਜੁਆਇਨ ਕਰੋਗੇ. ਫ੍ਰੀ ਹੈਂਡ ਤੁਸੀਂ ਇਹ ਕੰਮ ਨਹੀਂ ਕਰਨਾ. ਤੁਸੀਂ ਵਿਦ ਦ ਹੈਲਪ ਆਫ ਸਕੇਲ, ਪੈਨਸਿਲ, ਰਬੜ, ਇਰੇਜ਼ਰ, ਵਟਐਵਰ ਮਟੀਰੀਅਲ ਇਜ਼ ਰਿਕੁਆਇਰਡ ਤੁਸੀਂ ਸਾਰਾ ਯੂਜ਼ ਕਰੋਗੇ. ਸੋ ਨਾਓ ਇਹਦੀ ਗੱਲ ਕਰੀਏ. ਇੱਥੇ ਦੇਖੋ ਹੁਣ ਆਪਣੇ ਕੋਲ ਆਏਗਾ x ਇਜ਼ ਇਕੁਅਲਸ ਟੂ 2 प्लस y. ਇੱਥੇ y ਆਪਣੇ ਕੋਲ ਨੈਗੇਟਿਵ ਸੀ, ਇੱਧਰ ਆਪਣੇ ਕੋਲ y ਕੀ ਹੋ ਜਾਏਗੀ, ਪੋਜ਼ਿਟਿਵ. ਤਾਂ ਹੁਣ ਆਪਾਂ ਇੱਥੇ ਫਿਰ ਬਾਕਸ ਬਣਾ ਲੈਂਦੇ ਹਾਂ. I think it's too large. It's okay. We will manage x y. Okay. देखो ਹੁਣ ਜੇ मैं y ਨੂੰ 0 ਪੁੱਟ ਕਰਦਾ, x ਕਿੰਨਾ ਆ ਜਾਊਗਾ 2, ਕਿਉਂਕਿ 2 plus 0 it will be 2. ਜੇ मैं y ਨੂੰ ਇੱਥੇ 1 ਪੁੱਟ ਕਰਦਾ ਤਾਂ x ਕਿੰਨਾ ਆ ਜਾਊਗਾ 3. ਤੇ ਜੇ ਮੈਂ ਇੱਥੇ y ਨੂੰ 2 ਪੁੱਟ ਕਰਦਾ ਤਾਂ x ਕਿੰਨਾ ਆਏਗਾ ਆਪਣੇ ਕੋਲ 4. ਤਿੰਨ ਪੁਆਇੰਟਸ ਆਪਾਂ ਨੂੰ ਮਿਲ ਚੁੱਕੇ, ਇਹਨਾਂ ਨੂੰ ਪਲਾਟ ਕਰਦੇ ਹਾਂ. ਜੇ ਇੱਥੇ ਪਲਾਟਿੰਗ ਨਹੀਂ ਸਮਝ ਲੱਗੀ, ਇੱਥੇ ਧਿਆਨ ਨਾਲ ਦੇਖੋ. y0 x2 ਦਿਸ ਪੁਆਇੰਟ, y0 x2, y1 x3, y1 ਆ ਗਿਆ, x3 ਆਪਣੇ ਕੋਲ ਨਹੀਂ ਹੈ, ਤਾਂ ਇੱਕ ਇੱਥੇ ਪੁਆਇੰਟ ਆ ਜਾਏਗਾ ਆਪਣੇ ਕੋਲ. ਠੀਕ ਹੈ, ਇਹਨਾਂ ਦੋਨਾਂ ਦੇ ਸਾਹਮਣੇ. ਉਸ ਤੋਂ ਬਾਅਦ y2 ਹੈ, x4 ਹੈ, y2 ਇਹ ਹੈ, x4 ਆਪਣੇ ਕੋਲ ਇੱਥੇ ਹੈ. So I will locate this point here. इन्हां नूं ज्वाइन कर दो कुछ इदां. ये थोड़ी लाइन जो तुसीं ग्राफ के बनाओगे स्ट्रेट लाइन बनूगी समथिंग लाइक दिस वन. So here your this question is also completed. Next last one देखने तो इजी है. ऑलरेडी इन्होंने y की वैल्यू x ਦੇ ਵਿੱਚ फाइंड आउट ਕੀਤੀ ਹੋਈ ਹੈ. ਹੁਣ ਆਪਾਂ ਇਸ ਕੁਐਸਚਨ ਦੇ ਵਿੱਚ ਕੀ ਕਰਾਂਗੇ, x ਨੂੰ 0 ਪੁੱਟ ਕਰ ਦੋ ਤਾਂ y 3 0 ਤਾਂ y ਵੀ ਕਿੰਨੀ ਆ ਗਈ 0. x ਨੂੰ 1 ਪੁੱਟ ਕਰ ਦੋ y ਕਿੰਨੀ ਆ ਰਹੀ ਹੈ 3 आ रही है. उस तो बाद x ਨੂੰ 2 पुट कर दो तो y कितनी आ रही है 3 2 is the 6.
सो पॉइंट्स प्लॉट करते हैं x0 y0, वो तो यही पॉइंट आ गया, दोनों ही 0 0 ने। x1 है y3 है, x1 y3 दिस पॉइंट। नेक्स्ट आंदा हुआ x कितना इक्वल 2 है एंड y is 6, 2 6 दिस पॉइंट। सो यू हैव टू ज्वाइन दिस लाइन, इन्हां तिन्ना पॉइंट्स ਨੂੰ ज्वाइन कर दो विद द हेल्प ऑफ स्केल, ਤੁਹਾਡੇ ਕੋਲ ਇਸ क्वेश्चन आंसर आ जाएगा। लास्ट पार्ट इज पेंडिंग दैट यू हैव टू डू by your own self. Now let us move on the next question. So as you can see, second statement is give the equation of two lines passing through 2,14. 2,14 ਦੇ ਵਿੱਚੋਂ ਪਾਸ ਹੋਣ ਵਾਲੀਆਂ ਆਪਾਂ ਸਿਰਫ ਦੋ ਲਾਈਨਸ ਦੀ ਇਕੁਏਸ਼ਨਸ ਲਿਖਣੀਆਂ ਨੇ। ਸੋ ਦੇਖਦੇ ਹਾਂ ਰਾਜੇ ਇਹ ਦੋ ਲਾਈਨਸ ਦੀ ਇਕੁਏਸ਼ਨਸ ਪੋਸੀਬਲ ਹੈ ਜਾਂ ਨਹੀਂ ਹੈ। ਸੋ ਲੈਟ ਅਸ ਸੀ ਦ ਸੋਲੂਸ਼ਨ। देखो राजे एक रफ डायग्राम देखो, इनकी डायग्राम बनाने की वैसे रिक्वायरमेंट नहीं सी, बट फिर भी थोड़ा ज़्यादा क्लीयर हो जाए तो मैं डायग्राम बनाई है कि हूँ डायग्राम के है 2,14 x की वैल्यू 2 y की वैल्यू 14 है, तो कितने कि इतने पॉइंट आऊगा। इस पॉइंट के विचों पास होने वाली लाइन्स 1 2 3 4 5 6 7 सो मैनी लाइन्स आर देयर जिहड़ियां की है इस पॉइंट जो की हो रही ने पास हो रही हैं, मतलब की है इनफाइनाइट लाइन्स ने। हुण वो इनफाइनाइट लाइन्स दे विचों आपां नूं सिर्फ की कह रहे हो टू लाइन्स की इक्वेशन लिखनी है। आपां लिखण दा एक बहुत सिंपल तरीका दसदा हां, इत्थे लिख लो x + y इज इक्वल्स टू k, एक लिख लेने आपां x - y इज इक्वल्स टू k डैश। आ दो टर्म्स याद रख लो इस स्टेटमेंट की, x के y की जगह पे वैल्यू रिप्लेस कर दो, ठीक है जी। इतने आ जाएगा 2 + 14 इज इक्वल टू k, इन्हें मान लो 1। दिस इंप्लाइज k की वैल्यू 14 + 2 कितनी आ गई 16। इतने आ जाओ, इतने भी x के y की जगह पे 2 ते 14 रिप्लेस कर दो, इट विल बी 2 - 14 इज इक्वल टू k डैश, इन 2 मान लेने अपन, तो k डैश की वैल्यू कितनी आ रही है अपने को -12। इनू बेटा तुसी जो आ वैल्यू आई है इनू रिप्लेस कर दो इन 1 1 दे विच रिप्लेस करांगे आऊगा 1 इंप्लाइज x + y इज इक्वल टू 16। ये आ देखो दी फर्स्ट इक्वेशन जेडी उस पॉइंट चो पास करती है। उसी तरह तुसी इत्थे की करोगे -12 इत्थे रिप्लेस कर दो, इत्थे अपन लिखते हैं इन 2, इनू अपन 2 दे विच रिप्लेस करांगे। 2 कित्थे अपनी आप ही है, तो 2 तो की इंप्लाइज हो रहा है x - y इज इक्वल टू -12। सो स्टूडेंट्स क्लियर कट एक इक्वेशन आ बन गई, एक इक्वेशन अपने ग्लोबल की दो ही पूछी सी उन्हें। सो इस तरह आप दोनों आंसर फाइंड आउट करके इतने लिख सकते हैं। तुसी इक्वेशंस यही चूज करनी है, ये भी कर सकते हो, जो कुछ एक्स्ट्रा थोड़े माइंड च तो वो भी कर सकते हो, ठीक है। नाउ लेट अस मूव ऑन द नेक्स्ट वन। Third question is if the point 3,4 lies on the graph of the equation 3y is equals to ax plus 7 find the value of a ਦੀ वैल्यू ਆਪਾਂ इथों फाइंड आउट करनी है, ठीक है स्टूडेंट्स। ਜਿਹੜਾ भी पॉइंट किसी इक्वेशन के उपर लाई करता वा ਉਹਦਾ मतलब ये ਹੁੰਦਾ ਵਾ ਵੀ ਉਹ ਸੈਟੀਸਫਾਈਡ ਕਰੂਗਾ गिवन इक्वेशन, ठीक है। सो अकॉर्डिंग टू गिवन सॉल्यूशन ਦੇ ਵਿੱਚ ਤੁਸੀਂ ਕੀ ਕਰੋਗੇ, राइट कर दो 3,4 सैटिस्फाई 3y इक्वल्स टू ax प्लस 7। ये जो पॉइंट है सैटिस्फाई करूंगा, सैटिस्फाई करने का मतलब क्या आप x से y की वैल्यू की जगह पे रिप्लेस कर सकते हैं। तो इट विल बी 3 × 4 y की वैल्यू रिप्लेस कर दो इक्वल टू a × x, x की वैल्यू कितनी है 3 ये लिख लेना है प्लस 7 4 3 is 12 7 इधर प्लस है इधर की होएगा माइनस इक्वल टू क्या आएगा 3a। नाउ 12 - 7 इट विल बी 5 is equals to 3a। 3 इधर डिवाइड हो जाएगा तो a की वैल्यू अपने को कितनी आएगी 5/3। सो दिस विल बी द वैल्यू ऑफ a फ्रॉम दिस क्वेश्चन। सो थर्ड क्वेश्चन इज आल्सो ओवर हियर। नाउ लेट अस मूव ऑन द नेक्स्ट वन। फोर्थ स्टेटमेंट इज द टैक्सी फेयर इन द सिटी इज एज फॉलो। टैक्सी फेयर किसी सिटी ਦੇ ਵਿੱਚ ਨੀਚੇ ਅਕੋਰਡਿੰਗ ਦਿੱਤਾ ਹੋਇਆ ਆਪਾਂ ਨੂੰ। For the first kilometer it is 8 rupees and 5 rupees for the subsequent kilometers,
ठीक है जी। वो कह रहा वा भी पहला किलोमीटर जो भी आप ट्रैवल करांगे ਉਹਦੇ 8 ਰੁਪਏ ਚਾਰਜ ਆ, ਉਸ ਤੋਂ ਬਾਅਦ ਆਪਾਂ ਜਿੰਨੇ ਵੀ ਕਿਲੋਮੀਟਰ ਟਰੈਵਲ ਕਰਨੇ ਆ ਉਹਦੇ 5 ਐਡ ਹੋਈ ਜਾਣਗੇ ਉਹਦੇ ਵਿੱਚ, ਠੀਕ ਹੈ। ਟੇਕ ਡਿਸਟੈਂਸ ਕਵਰਡ ਐਜ਼ x ਐਂਡ ਟੋਟਲ ਫੇਅਰ ਐਜ਼ y, ਰਾਈਟ ਲੀਨੀਅਰ ਇਕੁਏਸ਼ਨ। ਜਿੰਨਾ ਡਿਸਟੈਂਸ ਕਵਰ ਕਰਾਂਗੇ ਉਹਨੂੰ ਆਪਾਂ x ਮੰਨਾਂਗੇ ਤੇ ਜਿੰਨਾ ਆਪਾਂ ਫੇਅਰ ਆਪਾਂ ਜਿੰਨਾ ਕਿਰਾਇਆ ਦੇਵਾਂਗੇ, ਸੌਰੀ ਆਈ ਥਿੰਕ ਜਿੰਨਾ ਆਪਾਂ ਕਿਰਾਇਆ ਦੇਵਾਂਗੇ ਉਹ ਕੀ ਆਪਾਂ ਐਜ਼ ਏ y ਕੰਸੀਡਰ ਕਰਾਂਗੇ। ਸੋ ਸਟੂਡੈਂਟਸ ਲੈਟ ਅਸ ਸੀ ਹਾਊ ਵੀ ਆਰ ਗੋਇੰਗ ਟੂ ਸੋਲਵ ਇਟ। Here I am going to write spellings of fare. This fare is not for the rent. We can say fare, F-A-R-E. So try to correct it. Statement से books भी देख सकते हो. Spelling mistake जी कभी तुम्हें मिलती है, you can correct it easily from the book statement. Okay, now let us move on. देखो आप ग्राफ ड्रॉ करना है एक बार ऐसे सिंपल। This is a graph. Suppose कर लो कि ग्राफ आप ड्रॉ किया। ਹੁਣ ਇਸ ਗ੍ਰਾਫ ਦੇ ਵਿੱਚ ਡਿਸਟੈਂਸ ਕਦੇ ਵੀ ਆਪਾਂ ਉੱਪਰ ਨੂੰ ਨਹੀਂ ਟਰੈਵਲ ਕਰਦੇ, ਅਪਵਰਡ ਨਹੀਂ ਜਾਂਦੇ ਆਪਾਂ ਡਿਸਟੈਂਸ, ਆਪਾਂ ਹੌਰੀਜ਼ੌਂਟਲੀ ਜੇ ਅਪ ਜਾਣਾ ਵੀ ਹੈ ਤਾਂ ਆਪਾਂ ਹੌਰੀਜ਼ੌਂਟਲ ਤਰੀਕੇ ਨਾਲ ਆਪਾਂ ਜਾਂਦੇ ਹਾਂ, ਠੀਕ ਹੈ। ਮਤਲਬ ਕੀ ਹੈ, ਇੱਕ ਸਿੰਪਲ ਆਪਾਂ ਜਾਂ ਇੱਦਾਂ ਜਾਵਾਂਗੇ, ਆਪਾਂ ਬਿਲਕੁਲ ਇੱਦਾਂ ਆਪਾਂ ਕਦੇ ਨਹੀਂ ਜਾਂਦੇ, ਸਿੱਧੀ ਡਾਇਰੈਕਸ਼ਨ 'ਚ ਆਪਾਂ ਡਿਸਟੈਂਸ ਟਰੈਵਲ ਨਹੀਂ ਕਰਦੇ। ਸੋ ਡਿਸਟੈਂਸ ਆਪਾਂ ਇਉਂ ਲਿਖਾਂਗੇ, ਓਕੇ। ਫੇਅਰ ਮਤਲਬ ਕਿਰਾਇਆ, ਜਿਹਦੀ ਸਪੈਲਿੰਗ ਮਿਸਟੇਕ ਸੀ ਉਹਦੀ ਗੱਲ ਕਰ ਰਹੇ ਹਾਂ। ਕਿਰਾਇਆ ਕੀ ਆ, ਹਮੇਸ਼ਾ ਵੱਧਦਾ ਵਾ, ਜਿਵੇਂ ਤੁਹਾਡੀ ਹਾਈਟ ਵੱਧਦੀ ਆ ਉਵੇਂ ਕਿਰਾਇਆ ਵੀ ਵੱਧਦਾ। ਸੋ ਉਹਨੂੰ ਆਪਾਂ ਕਿੱਥੇ ਕੰਸੀਡਰ ਕਰਾਂਗੇ, ਇੱਥੇ, ਉਹ ਫੇਅਰ। ਹੁਣ ਉਹ ਕਹਿੰਦਾ, ਉਹ ਕਹਿ ਕੀ ਰਿਹਾ, ਕਹਿੰਦਾ ਫਸਟ ਕਿਲੋਮੀਟਰ ਦੇ ਲਈ ਤਾਂ 8 ਰੁਪਏ ਚਾਰਜ ਹੈ, ਉਸ ਤੋਂ ਬਾਅਦ ਜਿੰਨਾ ਵੀ ਟਰੈਵਲ ਕਰੋਗੇ ਸੇਮ ਟੈਕਸੀ ਦੇ ਵਿੱਚ ਹੀ ਤੁਹਾਨੂੰ 5 ਰੁਪੀਜ਼ ਹਰ ਇੱਕ ਕਿਲੋਮੀਟਰ ਦੇਣੇ ਪੈਣਗੇ। ਮੰਨ ਲਓ ਤੁਹਾਡੇ ਚੋਂ ਕੋਈ ਜਾਣਾ ਟੈਕਸੀ 'ਚ ਜਾ ਰਿਹਾ ਕਿਤੇ ਵੀ, ਠੀਕ ਹੈ, ਤੁਸੀਂ ਟੈਕਸੀ 'ਚ ਜਾ ਰਹੇ ਹੋ ਤਾਂ ਤੁਸੀਂ ਮੰਨ ਲਓ ਜਾਣਾ 5 ਕਿਲੋਮੀਟਰ, ਤੁਸੀਂ ਟੈਕਸੀ ਵਾਲੇ ਨੂੰ ਕਿਹਾ ਵਾ ਵੀ ਮੈਂ ਰਾਏਕੋਟ ਤੋਂ ਭੈਣੀ ਬੜਿੰਗਾ ਜਾਣਾ, ਭੈਣੀ ਬੜਿੰਗਾ ਆਈ ਥਿੰਕ 5 ਕਿਲੋਮੀਟਰ ਇਜ਼ ਦੇਅਰ, ਸੋ 5 ਕਿਲੋਮੀਟਰ ਜਾਣਾ ਹੈ, ਤਾਂ ਉਹ ਟੈਕਸੀ ਵਾਲਾ ਤੁਹਾਨੂੰ ਕੀ ਕਹੂਗਾ ਵੀ ਫਸਟ ਕਿਲੋਮੀਟਰ ਦੇ ਲਈ ਤੁਸੀਂ ਉਹਨੂੰ 8 ਰੁਪਏ ਪੇ ਕਰਨੇ, ਠੀਕ ਹੈ। ਉਸ ਤੋਂ ਬਾਅਦ ਰਹਿ ਗਏ ਆਪਣੇ ਕੋਲ 4 ਕਿਲੋਮੀਟਰ, 4 ਕਿਲੋਮੀਟਰ ਦੇ ਲਈ ਤੁਸੀਂ ਉਹਨੂੰ 5 ਰੁਪਏ ਦੇ ਅਕੋਰਡਿੰਗ ਪੇ ਕਰੋਗੇ। ਕਿੰਨੇ ਹੋ ਗਏ 8 5 5 4 20 ਪਲੱਸ 8, ਮਤਲਬ ਕੀ ਹੈ, ਜੇ ਤੁਸੀਂ ਭੈਣੀ ਬੜਿੰਗਾ ਕਾਰ 'ਚ ਜਾ ਰਹੇ ਹੋ, ਇਹ ਵਾਲੀ ਜਿਹਦੀ ਇਹ ਗੱਲ ਕਰ ਰਹੇ ਹਾਂ, ਤੁਹਾਨੂੰ 28 ਰੁਪੀਜ਼ ਪੇ ਕਰਨੇ ਪੈਣਗੇ, ਠੀਕ ਹੈ। ਸੋ ਬੈਟਰ ਤੁਸੀਂ ਬਾਈਕ ਵਗੈਰਾ 'ਤੇ ਚਲੇ ਜਾਓ, ਸਾਈਕਲ, ਬਾਈਕ, ਵਟਐਵਰ ਯੂ ਲਾਈਕ, ਵਟਐਵਰ ਯੂ ਹੈਵ ਐਕਚੁਅਲੀ। ਚਲੋ ਕੁਐਸਚਨ ਤੇ ਆ ਜਾਂਦੇ ਆ, ਬਹੁਤ ਹੋ ਗਿਆ ਮਜ਼ਾਕ। ਸੋ ਹੁਣ ਇੱਥੇ ਆਪਾਂ ਕਰਨਾ ਕੀ ਹੈ, ਸਭ ਤੋਂ ਪਹਿਲਾਂ ਤਾਂ ਇਹ ਡਿਸਟੈਂਸ ਟਰੈਵਲ। ਹੁਣ ਡਿਸਟੈਂਸ ਆਪਾਂ ਨੂੰ ਉੱਥੇ ਦਾ, ਚਲੋ ਆਪਾਂ ਕਿਸੇ ਵਿਲੇਜ ਦੀ ਗੱਲ ਕੀਤੀ, ਭੈਣੀ ਬੜਿੰਗਾ ਦੀ ਗੱਲ ਕਰ ਰਹੇ ਹਾਂ ਆਪਾਂ ਵੀ 5 ਕਿਲੋਮੀਟਰ, ਇੱਥੇ ਮੈਨੂੰ ਨਹੀਂ ਪਤਾ ਮੈਂ ਕਿੰਨਾ ਡਿਸਟੈਂਸ ਟਰੈਵਲ ਕਰਨਾ ਹੈ। ਉਹਨੇ ਕਿਹਾ ਹੋਇਆ ਵੀ ਡਿਸਟੈਂਸ ਕਿੰਨਾ ਹੈ, x, ਫਸਟ ਕਿਲੋਮੀਟਰ 5 ਰੁਪੀਜ਼ ਦਾ ਵਾ, ਠੀਕ ਹੈ। ਫਸਟ ਕਿਲੋਮੀਟਰ ਕਿੰਨੇ ਰੁਪੀਜ਼ ਦਾ ਵਾ, ਸੌਰੀ ਜਸਟ ਅ ਮਿੰਟ, 8 ਰੁਪੀਜ਼ ਦਾ। ਫਸਟ ਕਿਲੋਮੀਟਰ ਇਜ਼ ਆਫ 8 ਰੁਪੀਜ਼, 8 ਰੁਪੀਜ਼ ਦਾ ਵਾ। ਤਾਂ ਰੈਸਟ ਕਿਲੋਮੀਟਰਸ, ਰੈਸਟ ਆਫ ਕਿਲੋਮੀਟਰਸ, ਬਾਕੀ ਦੇ ਕਿਲੋਮੀਟਰਸ ਕਿੰਨੇ ਰੁਪੀਜ਼ ਦੇ ਹੋਣਗੇ। ਦੇਖੋ ਪਹਿਲੀ ਗੱਲ ਤਾਂ x ਦੇ ਵਿੱਚੋਂ ਆਪਾਂ 1 ਕਿਲੋਮੀਟਰ ਟਰੈਵਲ ਕਰ ਲਿਆ, ਤਾਂ ਕਿੰਨੇ ਕਿਲੋਮੀਟਰ ਬਾਕੀ ਬਚਿਆ ਸਫ਼ਰ ਆਪਣਾ, x - 1। ਟੋਟਲ ਡਿਸਟੈਂਸ x ਆ, 1 ਕਿਲੋਮੀਟਰ ਦਾ 8 ਰੁਪੀਜ਼ ਹੋ ਗਿਆ। ਬਾਕੀ ਕਿਲੋਮੀਟਰ ਕਿੰਨੇ ਸੀ, ਰੈਸਟ ਆਫ ਦਾ ਕਿਲੋਮੀਟਰਸ ਆਰ 1 ਕਿਲੋਮੀਟਰ ਘਟਾ ਦੋ ਟੋਟਲ ਤੋਂ x - 1 ਬਚ ਗਏ। ਉਹਦੇ ਲਈ ਚਾਰਜ ਕੀ ਲੈ ਰਹੇ ਹੋ, ਜਿੰਨੇ ਵੀ ਕਿਲੋਮੀਟਰ ਟਰੈਵਲ ਕਰੋਗੇ ਉਹਨੂੰ 5 ਨਾਲ ਮਲਟੀਪਲਾਈ ਕਰ ਲਓ। ਪਹਿਲਾਂ ਵੀ ਤੁਹਾਨੂੰ ਮੈਂ ਭੈਣੀ ਬੜਿੰਗਾ ਵਾਲੀ ਐਗਜ਼ਾਮਪਲ ਕਰਵਾਈ ਹੈ, ਉਹਦੇ ਅਕੋਰਡਿੰਗ ਕਹਿ ਰਿਹਾ ਹਾਂ, 5 ਨਾਲ ਕੀ ਕਰਾਂਗੇ, ਮਲਟੀਪਲਾਈ। ਹੁਣ ਉਹਨੇ ਕਿਹਾ ਟੋਟਲ ਫੇਅਰ। ਹੁਣ ਤੁਸੀਂ ਇਹ ਦੇਖਣਾ ਵਾ ਵੀ ਤੁਹਾਨੂੰ ਕਿੰਨੇ ਪੈਸੇ ਪੇ ਕਰਨੇ ਪੈ ਰਹੇ ਆ। ਟੋਟਲ ਫੇਅਰ ਆਪਣੇ ਕੋਲ ਕੀ ਹੈ, y ਕਿਹਦੇ ਇਕੁਅਲ ਹੋਊਗਾ, ਪਹਿਲਾਂ ਤਾਂ ਫਸਟ ਕਿਲੋਮੀਟਰ ਦੇ ਚਾਰਜ ਕਿੰਨੇ ਲੱਗੇ ਸੀ, 8 ਰੁਪੀਜ਼ ਪਲੱਸ ਸੈਕਿੰਡ ਬਾਕੀ ਦੇ ਕਿਲੋਮੀਟਰ ਚਾਰਜ ਕਿੰਨੇ, 5 ਇੰਟੂ ਜਿੰਨੇ ਕਿਲੋਮੀਟਰ ਸਫ਼ਰ ਆਪਣਾ ਬਾਕੀ ਰਹਿ ਗਿਆ, ਠੀਕ ਹੈ ਜੀ। ਸੋ ਇਹਨੂੰ ਸੋਲਵ ਕਰ ਲੈਂਦੇ ਹਾਂ। ਇਟ ਵਿਲ ਬੀ 8 plus 5 into x, it will be 5x. 5 into -1, it will be -5. It is equals to 5x minus 3. Y is equal to 5x minus 3 is the answer of this question. So that question is complete हो जाता है. Now let us see the next one. I hope so you enjoy this question. Actually by mistaken we are writing here 5x minus 3. So देखो इतने आना किसी का 8 minus 5 करेंगे तो इतने plus 3 आएगा. So put here a positive sign. Okay. Let us move on the next one. See the fifth one. For the choices given below, choose the equation whose graphs are given in the figure A and B. Equation ਆਪਾਂ choose ਕਰਨੀ ਹੈ ਵੀ ਇਹ graph ਜਿਹੜੇ ਬਣੇ ਹੋਏ ਆ ਇਹ ਕਿਹੜੀ equation ਤੋਂ ਬਣੇ ਹੋਏ ਆ.
ਰਾਜੀ ਆਪਾਂ ਉਹ ਆਪਸ਼ਨਸ ਬੁੱਕ ਦੇ ਵਿੱਚ 3-3 4-4 ਦਿੱਤੀਆਂ ਹੋਈਆਂ, ਤੁਸੀਂ ਉਹਦੇ 'ਚ ਚੂਜ਼ ਕਰਨੀਆਂ ਨੇ। ਫਿਲਹਾਲ ਤੁਹਾਨੂੰ ਮੈਂ ਇੱਕ ਚੀਜ਼ ਸਿਖਾਈ ਸੀ, ਇਕੁਏਸ਼ਨ ਬਣਦੀ ਕਿਵੇਂ ਹੈ। ਸੋ ਇਕੁਏਸ਼ਨ ਨੂੰ ਬਣਦੀ ਕਿਵੇਂ ਹੈ ਉਹ ਦੇਖੋ, ਪਹਿਲਾਂ ਤਾਂ ਆਪਾਂ ਟਰਾਈ ਕਰਦੇ ਹਾਂ। ਤੁਹਾਨੂੰ ਮੈਂ ਇੱਕ ਚੀਜ਼ ਦੱਸੀ ਸੀ ਬੇਟਾ, ਯੂ ਕੈਨ ਰਾਈਟ ਹੀਅਰ x plus y is equals to k। ਤੁਸੀਂ ਇੱਥੇ ਲਿਖ ਲੈਣਾ ਵਾ x plus y equal to k। x ਦੀ ਜਗ੍ਹਾ ਤੇ y ਦੀ ਜਗ੍ਹਾ ਤੇ ਵੈਲਿਊਜ਼ ਰਿਪਲੇਸ ਕਰਕੇ k ਦੀ ਵੈਲਿਊ ਕੱਢੋ, ਇਕੁਏਸ਼ਨ 'ਚ ਪੁੱਟ ਕਰ ਦੋ, ਤੁਹਾਨੂੰ ਇਕੁਏਸ਼ਨ ਮਿਲ ਜਾਏਗੀ। x ਦੀ ਜਗ੍ਹਾ ਤੇ -1 plus y ਦੀ ਜਗ੍ਹਾ ਤੇ 1 equal to k। +1 -1 it will be 0 is equal to k। ਤਾਂ k ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ? 0 ਆ ਗਈ। ਥਰਡ ਕੁਐਸਚਨ ਕਰਕੇ ਨਹੀਂ ਨਾ ਇਹਦੇ ਨਾਲ ਦਾ, k ਦੀ ਵੈਲਿਊ 0 ਆ ਗਈ, ਉਹ ਇੱਥੇ ਰਿਪਲੇਸ ਕਰ ਦੋ 1 'ਚ। ਤਾਂ ਆਪਣੇ ਕੋਲ ਆ ਜਾਊਗਾ x plus y is equals to 0। ਹੁਣ ਤੁਸੀਂ ਚੈੱਕ ਕਰੋ, ਤੁਹਾਨੂੰ ਜੋ ਆਪਸ਼ਨ ਦਿੱਤੇ ਹੋਏ ਆ ਉਹਦੇ 'ਚ ਇਕੁਏਸ਼ਨ ਹੈਗੀ ਹੈ, ਜਿੱਥੇ ਵੀ ਹੈਗੀ ਉੱਥੇ ਟਿਕ ਲਗਾ ਦਿਓ, ਦਿਸ ਵਿਲ ਬੀ ਦਾ ਆਨਸਰ ਆਫ ਯੂਰ ਕੁਐਸਚਨ। ਨੈਕਸਟ ਆਪਾਂ ਨੂੰ ਦਿੱਤੀ ਹੋਈ ਹੈ ਇਕੁਏਸ਼ਨ, ਇਹਦੇ ਪੁਆਇੰਟਸ ਕੀ ਨੇ ਆਪਣੇ ਕੋਲ? -1, 3। ਨੈਕਸਟ ਪੁਆਇੰਟ ਹੈਗਾ ਇਹਦਾ 0, 2। ਨੈਕਸਟ ਪੁਆਇੰਟ ਹੈਗਾ ਆਪਣੇ ਕੋਲ 2, 0। ਬੇਟਾ ਜ਼ਰੂਰੀ ਨਹੀਂ ਤੁਸੀਂ ਇਹੀ ਪੁਆਇੰਟ ਪੁੱਟ ਕਰਨਾ, ਤੁਸੀਂ 0, 0 ਵੀ ਪੁੱਟ ਕਰ ਸਕਦੇ ਹੋ, ਤੁਸੀਂ 1, -1 ਵੀ ਪੁੱਟ ਕਰ ਸਕਦੇ ਹੋ, ਆਨਸਰ ਤੁਹਾਡਾ ਸੇਮ ਹੀ ਆਊਗਾ। ਇਹਨੂੰ ਟਰਾਈ ਕਰਦੇ ਹਾਂ। ਹੁਣ ਇਹਦੇ ਵਿੱਚੋਂ ਆਪਾਂ ਕਿਹੜਾ ਪੁਆਇੰਟ ਚੂਜ਼ ਕਰੀਏ? ਇਹ ਜੋ ਆਪਾਂ 2, 0 ਚੂਜ਼ ਕਰਾਂਗੇ। ਓਕੇ, ਆਈ ਐਮ ਗੋਇੰਗ ਟੂ ਰਾਈਟ ਹੀਅਰ x plus y is equal to k। ਆਫਟਰਵਰਡਸ ਹੁਣ ਮੈਂ ਕੀ ਕਰੂੰਗਾ, x ਨੂੰ ਮੈਂ 2 ਪੁੱਟ ਕਰ ਰਿਹਾ, y ਨੂੰ ਮੈਂ 0 ਪੁੱਟ ਕਰ ਰਿਹਾ, is equals to k। ਤਾਂ ਕੀ ਆ ਜਾਏਗਾ? k is equals to 2। k ਦੀ ਵੈਲਿਊ ਕਿੰਨੀ ਆ ਰਹੀ ਹੈ? 2 ਆ ਰਹੀ ਹੈ। k ਦੀ ਵੈਲਿਊ 2 ਆ ਗਈ, ਉੱਪਰ ਰਿਪਲੇਸ ਕਰ ਦੋ, we will have here x plus y is equal to 2। ਚੈੱਕ ਕਰੋ ਤੁਹਾਡੀ ਜਿਹੜੀ ਸੈਕਿੰਡ ਆਪਸ਼ਨ ਦਿੱਤੇ ਹੋਏ ਉਹਦੇ ਵਿੱਚ ਕਿਤੇ ਵੀ ਇਹ ਇਕੁਏਸ਼ਨ ਹੈ ਜਾਂ ਨਹੀਂ ਹੈ। x plus y is equals to 2। ਥਰਡ ਆਪਸ਼ਨ ਨੂੰ ਦੇਖੋ, ਉੱਥੇ ਲਿਖਿਆ ਹੋਇਆ ਹੈ, ਥਰਡ ਆਪਸ਼ਨ ਤੁਹਾਡਾ ਕੀ ਹੈ ਬੁੱਕ ਦੇ ਵਿੱਚ? ਉਹ ਹੈਗਾ ਵਾ y is equals to -x plus 2। ਇੱਥੇ ਵੀ ਨੂੰ y ਇੱਧਰ x plus ਦੀ ਉਧਰ ਕਾ ਵੀ ਹੋਏਗੀ ਮਾਈਨਸ ਦੀ, ਆ 2 ਇੱਧਰ ਪਲੱਸ ਦਾ ਪਲੱਸ ਹੀ ਰਹੇਗਾ। ਸੋ ਇਟ ਮੀਨਸ ਵੀ ਵਿਲ ਹੈਵ this option for the answer. Now let us see the next one. Let us continue sixth question, a larger statement. If the work done by a body on an application of a constant force, किसी body ਦੇ ਉੱਪਰ ਇੱਕ ਵਰਕ ਡਨ ਲੱਗ ਰਿਹਾ ਵਾ ਜਿਹਦੀ ਫੋਰਸ ਕਨਸਟੈਂਟ ਆ, ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਡਿਸਟੈਂਸ ਟਰੈਵਲ ਬਾਈ ਅ ਬੋਡੀ ਐਕਸਪ੍ਰੈਸ ਇਨ ਦਾ ਫਾਰਮ ਆਫ 2 ਵੇਰੀਏਬਲਸ। ਪਹਿਲਾਂ ਇੰਨੀ ਗੱਲ ਕਰਦੇ ਹਾਂ। ਉਹ ਕਹਿੰਦੇ ਕਿਸੇ ਬੋਡੀ ਦੇ ਉੱਪਰ ਜਿਹੜਾ ਵਰਕ ਡਨ ਲੱਗ ਰਿਹਾ ਵਾ ਵਿਦ ਕਨਸਟੈਂਟ ਫੋਰਸ। ਕਨਸਟੈਂਟ ਫੋਰਸ ਕਿਹੜੀ ਹੁੰਦੀ ਹੈ? ਸਾਇੰਸ 'ਚ ਪੜ੍ਹਿਆ ਹੋਣਾ ਆਈ ਥਿੰਕ ਸੋ ਤੁਸੀਂ ਸਾਰਿਆਂ ਨੇ ਫਿਜ਼ਿਕਸ ਦੇ ਵਿੱਚ। ਕਨਸਟੈਂਟ ਫੋਰਸ ਦਾ ਮਤਲਬ ਹੁੰਦਾ ਵਾ ਜਿਹੜੀ ਫੋਰਸ ਚੇਂਜ ਨਹੀਂ ਹੋ ਰਹੀ ਟਾਈਮ ਦੇ ਨਾਲ, ਮਤਲਬ ਫੋਰਸ ਜਿਹੜੀ ਲੱਗ ਰਹੀ ਆ ਉਹ ਸੇਮ ਡਿਟੋ ਲੱਗ ਰਹੀ ਹੈ, ਮਤਲਬ ਇੱਕ ਵਾਰ ਜਿਹੜੀ ਚੀਜ਼ ਲੱਗ ਰਹੀ ਹੈ ਉੱਦਾਂ ਹੀ ਆ, ਉਹਦੇ 'ਚ ਕੋਈ ਵੀ ਇਨਕਰੀਜ਼ ਜਾਂ ਡਿਕਰੀਜ਼ ਨਹੀਂ ਆ ਰਿਹਾ। ਠੀਕ ਹੈ, ਪ੍ਰਪੋਰਸ਼ਨਲ ਟੂ ਦਾ ਡਿਸਟੈਂਸ ਟਰੈਵਲ ਬਾਈ ਅ ਬੋਡੀ। ਸਿੰਪਲ ਆ। ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ? ਡਿਸਟੈਂਸ ਲੈਟ। ਸਭ ਤੋਂ ਪਹਿਲਾਂ ਲੈਟ ਕਰ ਲੈਂਦੇ ਹਾਂ ਡਿਸਟੈਂਸ ਟਰੈਵਲਡ is equals to x। ਠੀਕ ਹੈ ਜੀ, ਤਾਂ ਉਸ ਤੋਂ ਬਾਅਦ ਵਰਕ ਡਨ। ਵਰਕ ਡਨ ਆਪਾਂ ਲੈਟ ਕਰ ਦਿੰਦੇ ਹਾਂ y। ਉਹਨਾਂ ਨੇ ਕੀ ਕਿਹਾ ਵਾ? ਵਰਕ ਡਨ ਜਿਹੜਾ ਹੈਗਾ ਵਾ ਪ੍ਰਪੋਰਸ਼ਨਲ ਆ ਡਿਸਟੈਂਸ ਦੇ। ਠੀਕ ਹੈ, ਇਹਦਾ ਮਤਲਬ ਵਰਕ ਡਨ ਇਜ਼ ਪ੍ਰਪੋਰਸ਼ਨਲ ਟੂ ਕਾਂਸਟੈਂਟ k ਆਊਗਾ ਇੱਥੇ ਆਪਣੇ ਕੋਲ। ਠੀਕ ਹੈ, ਕਾਂਸਟੈਂਟ k ਹਜੇ ਨਹੀਂ ਯੂਜ਼ ਕਰਾਂਗੇ। ਵਰਕ ਡਨ ਇਜ਼ ਪ੍ਰਪੋਰਸ਼ਨਲ ਟੂ ਡਿਸਟੈਂਸ, ਮਤਲਬ y ਇਜ਼ ਪ੍ਰਪੋਰਸ਼ਨਲ ਟੂ x ਆਊਗਾ। ਪ੍ਰਪੋਰਸ਼ਨਲ ਦਾ ਸਾਈਨ ਹਟਾ ਕੇ ਆਪਾਂ ਇੱਕ ਕਾਂਸਟੈਂਟ ਲਗਾਉਂਦੇ ਹਾਂ। ਦਿਸ ਇੰਪਲਾਈਜ਼ y ਇਜ਼ ਇਕੁਅਲ ਟੂ ਕਿੰਨਾ ਆਏਗਾ ਆਪਣੇ ਕੋਲ? kx। ਇਹ ਤਾਂ ਹੋ ਗਿਆ ਬੇਟਾ ਤੁਹਾਡੇ ਕੁਐਸਚਨ ਦਾ ਆਨਸਰ। ਕਿੱਥੋਂ ਤੱਕ ਦਾ ਆਨਸਰ ਹੋ ਗਿਆ ਇਹ? ਇਨ 2 ਵੇਰੀਏਬਲਸ। ਇੱਥੇ ਤੱਕ ਆਪਣੇ ਕੁਐਸਚਨ ਦਾ ਇਹੀ ਆਨਸਰ। ਨੈਕਸਟ ਆਪਾਂ ਨੂੰ ਕੀ ਕਹਿ ਰਹੇ ਨੇ? ਡਰਾ ਦਾ ਗ੍ਰਾਫ ਬਾਈ ਟੇਕਿੰਗ ਕਾਂਸਟੈਂਟ ਫੋਰਸ 5। ਆ ਜਿਹੜੀ ਕਾਂਸਟੈਂਟ ਫੋਰਸ ਆ ਨਾ, ਇਹਨੂੰ 5 ਲੈ ਕੇ ਇਹਦਾ ਗ੍ਰਾਫ ਬਣਾਉਣਾ ਹੈ। ਤੋ ਦੇਖੋ ਕਾਂਸਟੈਂਟ ਫੋਰਸ ਨੂੰ ਜੇ ਆਪਾਂ 5 ਲਵਾਂਗੇ 5x, ਤਾਂ ਕਿ ਮੈਂਸ਼ਨ ਕਰ ਦਿਓ ਕਿ ਆਪਾਂ k ਨੂੰ 5 ਲੈਣਾ। ਹੁਣ ਇਹਦਾ ਗ੍ਰਾਫ ਬਣਾਉਣਾ, ਤੁਸੀਂ ਗ੍ਰਾਫ ਬਣਾਓ ਬੇਟਾ ਇਹਦਾ। ਦੇਖੋ x ਦੀ ਵੈਲਿਊ 0 ਪੁੱਟ ਕਰਾਂਗੇ, y ਕਿੰਨਾ ਆ ਰਿਹਾ? 5। y 5 ਆਪਾਂ ਇੱਥੇ ਚੂਜ਼ ਕਰ ਲਈ, ਆ ਪੁਆਇੰਟ ਆ ਗਿਆ। x ਦੀ ਵੈਲਿਊ 1 ਚੂਜ਼ ਕਰੋਗੇ, ਠੀਕ ਹੈ, ਸੌਰੀ x ਦੀ ਵੈਲਿਊ 0 ਚੂਜ਼ ਕਰੋਗੇ ਤਾਂ y ਦੀ ਵੈਲਿਊ ਵੀ ਕਿੰਨੀ ਆਏਗੀ? 0, ਕਿਉਂਕਿ ਜਦੋਂ ਇੱਥੇ 0 ਪੁੱਟ ਕਰੋਗੇ 5 × 0 0, y ਦੀ ਵੈਲਿਊ ਵੀ 0, ਆ ਪੁਆਇੰਟ ਆ ਗਿਆ। ਫਿਰ x ਦੀ ਵੈਲਿਊ 1 ਚੂਜ਼ ਕਰੋਗੇ, y ਦੀ ਕਿੰਨੀ ਆਊਗੀ? 5, ਤਾਂ ਇੱਕ ਆ ਵਾਲਾ ਪੁਆਇੰਟ ਆਏਗਾ ਆਪਣੇ ਕੋਲ। x ਦੀ ਵੈਲਿਊ 0 5 ਵਟਐਵਰ ਇਦਾਂ ਚੂਜ਼ ਕਰਕੇ ਫਿਰ ਆਪਾਂ ਇੱਕ ਲਾਈਨ ਜੋ ਬਣੇਗੀ ਆਪਣੀ ਉਹ ਡਰਾ ਕਰ ਦਾਂਗੇ ਇੱਥੋਂ। ठीक है, आई होप सो यू आर ऑल क्लियर टू दिस। कुछ इदा की लाइन अपने को बनी ग्राफ में। सो नाउ नेक्स्ट की पूछ रहा अपन कि ना आल्सो ग्राफ ड्रॉ करना वा, व्हेन ग्राफ ही ड्रॉ करना आल्सो डिस्टेंस ट्रैवल बाय द बॉडी इज 2। ਜਦੋਂ डिस्टेंस ट्रैवल बाय बॉडी 2 है, मतलब अपने को x की वैल्यू ਜਦੋਂ 2 है तो अदों अपने को सॉल्यूशन ਕੀ आएगा? देखो x की वैल्यू 2 रिप्लेस कर दो
तो y अपने को आएगा 10, ठीक है, जो x कितना अपने को 2 है। उसी तरह y की वैल्यू 0 होगी अपने को जो अपने को x की वैल्यू भी कितनी है 0। सो आ दो पॉइंट्स ਜਿਹੜੇ ਸੀਗੇ ਇਹ ਵੀ ਪੁੱਟ ਕਰਕੇ ਆਪਣੇ ਕੋਲ ਆਨਸਰ ਇਹ ਵਾਲੇ ਦੋ ਆ ਰਹੇ ਆ। ਇੱਥੇ ਆ ਕੇ ਤੁਹਾਡਾ ਇਕੁਏਸ਼ਨ ਕੰਪਲੀਟ ਹੋ ਜਾਂਦਾ ਵਾ। ਗ੍ਰਾਫ ਬੇਟਾ ਪ੍ਰੋਪਰ ਗ੍ਰਾਫ ਪੇਪਰ ਉੱਪਰ ਬਣਾ ਕੇ ਦੇਖ ਲਿਓ ਕਿ ਇਹਦੀ ਇਕੁਏਸ਼ਨਸ ਕਿੱਦਾਂ ਦੀਆਂ ਬਣਦੀਆਂ ਨੇ। ਸੋ ਦਿਸ ਕੁਐਸਚਨ ਇਜ਼ ਆਲਸੋ ਕੰਪਲੀਟਡ ਹੇਅਰ। ਨਾਓ ਲੈਟ ਅਸ ਮੂਵ ਔਨ ਦਾ ਨੈਕਸਟ ਵਨ। Statement for the question number 7 is, what is the statement? Yamini and Fatima, दो गर्ल्स ने, दोनों 9th क्लास से पढ़ती हैं, ठीक है, अपने स्कूल से नहीं है, मे बी एनीवेयर एल्स, कंट्रीब्यूटेड 100 रुपीज़, दोनों जने ने मिलकर बहुत बड़ा योगदान पाया 100 रुपये का, टुवर्ड्स द PM रिलीफ फंड फॉर अर्थक्वेक विक्टम, ਜਿਹੜੇ ਲੋਕ ਅਰਥਕੁਏਕ ਤੋਂ ਪ੍ਰਭਾਵਿਤ ਹੋਏ ਨੇ ਜਾਂ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਪਏ ਕਮਾਂਗੇ ਉਹਨਾਂ ਨੂੰ ਪੇ ਕਰਨ ਦੇ ਲਈ। ਚਲੋ ਠੀਕ ਹੈ, ਬਹੁਤ ਵੱਡੀ ਗੱਲ ਵੀ ਕਹਿ ਸਕਦੇ ਹਾਂ ਆਪਾਂ। 9th ਕਲਾਸ ਦੀ ਬੱਚੀਆਂ ਨੇ, ਉਹ ਕਿਹੜਾ ਮਤਲਬ ਖੁਦ ਹੀ ਉਹਨਾਂ ਦੀ ਕੋਈ ਇਨਕਮ ਤਾਂ ਹੈ ਨਹੀਂ। ਸੋ 100 ਵੀ ਉਹਨਾਂ ਲਈ ਬਹੁਤ ਜ਼ਿਆਦਾ ਹੀ ਆ। ਇਟਸ ਅ ਗੁੱਡ ਥਿੰਗ। ਰਾਈਟ ਲੀਨੀਅਰ ਇਕੁਏਸ਼ਨ, ਇਹਦੀ ਆਪਾਂ ਲੀਨੀਅਰ ਇਕੁਏਸ਼ਨ ਲਿਖਣੀ ਹੈ ਅਤੇ ਇਹਦਾ ਗ੍ਰਾਫ ਡਰਾ ਕਰਨਾ। ਉਹਨਾਂ ਨੇ ਹੈਲਪ ਉਹਨਾਂ ਨੇ ਕੀਤੀ ਆ, ਗ੍ਰਾਫ ਅਤੇ ਲੀਨੀਅਰ ਇਕੁਏਸ਼ਨ ਆਪਾਂ ਨੂੰ ਲਿਖਣ ਨੂੰ ਕਹਿ ਰਹੇ ਆ। ਸੋ ਦੇਖਦੇ ਹਾਂ ਵੀ ਆਪਾਂ ਇਹ ਕੁਐਸਚਨ 'ਚ ਕਰਨਾ ਕੀ ਹੈ। ਸਭ ਤੋਂ ਪਹਿਲਾਂ ਤਾਂ ਰਾਜੀ 100 ਰੁਪੀਜ਼ ਉਹਨਾਂ ਨੇ ਕੰਬਾਈਨ ਦਿੱਤਾ ਨਾ, ਤਾਂ ਆਪਾਂ ਇਹ ਦੇਖਣਾ ਵਾ ਵੀ ਉਹ 100 ਨੂੰ ਰੀਪ੍ਰਜੈਂਟ ਕਿਵੇਂ ਕਰਨਾ। ਦੇਖੋ ਟੁਗੇਦਰ 100 ਦਿੱਤਾ। ਮੰਨ ਲਓ ਜਿਹੜੀ ਯਾਮਿਨੀ ਸੀ, ਯਾਮਿਨੀ ਨੇ x ਰੁਪੀਜ਼ ਪੇ ਕੀਤੇ, ਠੀਕ ਹੈ, ਤੇ ਜੋ ਫਾਤਿਮਾ ਸੀ, ਫਾਤਿਮਾ ਨੇ ਪੇ ਕਰਤੇ y ਰੁਪੀਜ਼, ਤੇ ਦੋਨਾਂ ਨੇ ਇਕੱਠੇ ਹੋ ਕੇ ਕਿੰਨੇ ਰੁਪੀਜ਼ ਪੇ ਕੀਤੇ ਹੈ 100 ਰੁਪੀਜ਼ ਪੇ ਕੀਤੇ ਹੈ। ਇਹ ਤਾਂ ਬਣ ਗਈ ਲੀਨੀਅਰ ਇਕੁਏਸ਼ਨ, ਠੀਕ ਹੈ। ਉੱਥੇ ਤੱਕ ਆਪਣਾ ਕੰਮ ਖਤਮ ਹੋ ਗਿਆ ਲਾਸਟ। ਉਸ ਤੋਂ ਬਾਅਦ ਡਰਾ ਇਟਸ ਗ੍ਰਾਫ। ਗ੍ਰਾਫ ਡਰਾ ਕਰਨਾ ਨਾ, ਗ੍ਰਾਫ ਮੈਂ ਨਹੀਂ ਡਰਾ ਕਰੂੰਗਾ, ਤੁਸੀਂ ਖੁਦ ਡਰਾ ਕਰ ਲਿਓ। ਵੈਸੇ ਵੀ ਬਹੁਤ ਸਿੰਪਲ ਗ੍ਰਾਫ ਆ, ਦੇਖ ਲਓ, ਥੋੜਾ ਜਿਹਾ ਆਈਡੀਆ ਦੇ ਦੇਣਾ। x 0 ਪੁੱਟ ਕਰ ਦੋ y 100 ਆ ਜਾਊਗਾ, y 0 ਪੁੱਟ ਕਰ ਦੋ x 100 ਆ ਜਾਊਗਾ। ਕੁਛ ਇੱਥੇ ਤੇ ਕੁਛ ਇੱਥੇ ਇਦਾਂ ਦਾ ਤੁਹਾਡਾ ਗ੍ਰਾਫ ਬਣੂਗਾ। ਮਤਲਬ ਇੱਥੇ x 100 ਹੈ ਦਿਸ ਪੁਆਇੰਟ ਤੇ, ਇੱਥੇ ਆਪਣੇ ਕੋਲ y ਕਿੰਨੀ ਹੈ 100। ਸੋ ਦਿਸ ਵਿਲ ਬੀ ਦ ਗ੍ਰਾਫ ਆਫ ਦਿਸ ਕੁਐਸਚਨ। ਵੈਸੇ ਗ੍ਰਾਫ ਕੁਛ ਇਦਾਂ ਦਾ ਹੀ ਬਣੂਗਾ, ਗ੍ਰਾਫ ਪੇਪਰ 'ਤੇ ਜ਼ਿਆਦਾ ਕਲੈਰਿਟੀ ਹੋਊਗੀ। ਸੋ ਗ੍ਰਾਫ ਪੇਪਰ 'ਤੇ ਤੁਸੀਂ ਇਹ ਕੁਐਸਚਨ ਕਰੋਗੇ। ਨਾਓ ਲੈਟ ਅਸ ਮੂਵ ਔਨ ਦਾ ਲਾਸਟ ਕੁਐਸਚਨ। ਲੈਟ ਅਸ ਮੂਵ ਔਨ ਦਾ 8th ਕੁਐਸਚਨ। ਥੋੜਾ ਜਿਹਾ ਸ਼ਾਰਟਕਟ ਤਰੀਕੇ ਨਾਲ ਕਰਵਾਉਂਗਾ ਕੁਐਸਚਨ, ਈਜ਼ੀ ਹੈ ਕਿਉਂਕਿ ਤੁਸੀਂ ਖੁਦ ਵੀ ਟਰਾਈ ਕਰ ਸਕਦੇ ਹੋ ਵੈਸੇ ਤਾਂ। ਸੋ ਸਟੇਟਮੈਂਟ ਦੇਖੋ, ਸਟੇਟਮੈਂਟ ਦੇ ਵਿੱਚ ਆਪਾਂ ਨੂੰ ਮੈਂਸ਼ਨ ਕਰਕੇ ਦਿੱਤਾ ਹੋਇਆ ਉਹਨੇ, ਉਹ ਕਹਿੰਦਾ ਇਨ ਦਾ ਕੰਟਰੀਜ਼ ਲਾਈਕ USA ਐਂਡ ਕੈਨੇਡਾ ਟੈਂਪਰੇਚਰ ਇਜ਼ ਮੈਜ਼ਰਡ ਇਨ ਫਾਰਨਹਾਈਟ। ਕੈਨੇਡਾ ਤੇ USA ਵਾਲੇ ਜਿਹੜਾ ਟੈਂਪਰੇਚਰ ਮੈਜ਼ਰ ਕਰਦੇ ਉਹ ਫਾਰਨਹਾਈਟ 'ਚ ਕਰਦੇ ਆ, ਇੰਡੀਆ ਵਾਲੇ ਉਹ ਕਹਿੰਦਾ ਮੈਜ਼ਰ ਕਰਦੇ ਆ ਸੈਲਸੀਅਸ ਦੇ ਵਿੱਚ, ਠੀਕ ਹੈ ਜੀ। ਇਹਨੂੰ ਲੀਨੀਅਰ ਇਕੁਏਸ਼ਨ, ਇਹਨੂੰ ਰਿਪਰੈਜ਼ੈਂਟ ਕਰਨ ਵਾਲੀ ਇੱਕ ਲੀਨੀਅਰ ਇਕੁਏਸ਼ਨ ਦਿੱਤੀ ਹੋਈ ਹੈ ਜਿਹੜੀ ਕਨਵਰਟ ਕਰਦੀ ਹੈ ਫਾਰਨਹਾਈਟ ਨੂੰ ਸੈਲਸੀਅਸ ਦੇ ਵਿੱਚ, ਜਾਂ ਫਿਰ ਇਹ ਕਹਿ ਸਕਦੇ ਹਾਂ ਸੈਲਸੀਅਸ ਨੂੰ ਫਾਰਨਹਾਈਟ ਦੇ ਵਿੱਚ। ਪਹਿਲੀ ਚੀਜ਼ ਉਹਨੇ ਕਿਹਾ ਵਾ ਗ੍ਰਾਫ ਡਰਾ ਕਰੋ ਇਹਦਾ, ਠੀਕ ਹੈ। ਗ੍ਰਾਫ ਡਰਾ ਕਰਨ ਲਈ ਇਹਨਾਂ ਨੂੰ ਈਜ਼ੀ ਫਾਰਮ 'ਚ ਲੈ ਆਉਂਦੇ ਹਾਂ। ਈਜ਼ੀ ਫਾਰਮ ਕੀ ਆ ਦੇਖੋ, ਸਭ ਤੋਂ ਪਹਿਲਾਂ ਜੋ ਇਕੁਏਸ਼ਨ ਆਪਾਂ ਨੂੰ ਗਿਵਨ ਆ, ਆਪਾਂ ਇਹਦਾ ਐਲਸੀਐਮ ਸੋਲਵ ਕਰਾਂਗੇ। ਇੱਥੇ ਆ ਜਾਓ, f is equal to, ਇਹਦਾ ਐਲਸੀਐਮ ਸੋਲਵ ਕਰਿਓ, ਇਟ ਵਿਲ ਬੀ 9c plus 32 into 5 over 5। ਇਹੀ ਐਲਸੀਐਮ ਹੋਊਗਾ ਨਾ। ਸੋ ਇਟ ਵਿਲ ਬਿਕਮਸ, ਆ 5 ਇੱਧਰ ਆ ਜਾਏਗਾ, 5 Fahrenheit is equals to what 9c plus, ਇਹਨੂੰ ਮਲਟੀਪਲਾਈ ਕਰ ਲਓ, 5 2 is 10, 1 carry, 5 2 is 15 plus 1 16। ਸੋ ਇਹ ਆ ਗਈ ਸਿੰਪਲ ਫਾਰਮ ਦੇ ਵਿੱਚ। ਹੁਣ ਰਾਜੇ ਫਰਕ ਕੋਈ ਨਹੀਂ, ਜਿੱਥੇ x y ਹੁੰਦਾ ਸੀ ਉੱਥੇ f ਤੇ c ਦਿੱਤਾ ਹੋਇਆ ਆਪਾਂ। ਸੈਕਿੰਡ ਪਾਰਟ ਤੋਂ ਕੀ ਕਹਿ ਰਿਹਾ ਵਾ, ਕਹਿੰਦਾ ਜੇ ਸੈਲਸੀਅਸ 30 ਡਿਗਰੀ ਹੈ ਫਾਰਨਹਾਈਟ ਕਿੰਨਾ ਹੋਊਗਾ। ਸੈਲਸੀਅਸ 30 ਡਿਗਰੀ ਦਾ ਮਤਲਬ ਆ ਤੁਸੀਂ c ਦੀ ਜਗ੍ਹਾ ਤੇ 30 ਰਿਪਲੇਸ ਕਰ ਦਿਓ, f ਦੀ ਵੈਲਿਊ ਫਾਈਂਡ ਕਰਨੀ ਹੈ, ਠੀਕ ਹੈ। f ਦੀ ਵੈਲਿਊ ਜੋ 30 ਰਿਪਲੇਸ ਕਰ ਦੋਗੇ, ਇਹਨੂੰ ਸੋਲਵ ਕਰਕੇ 5 ਉਧਰ ਡਿਵਾਈਡ ਹੋ ਜਾਊਗਾ, f ਦੀ ਵੈਲਿਊ ਆ ਜਾਊਗੀ। ਨੈਕਸਟ ਪਾਰਟ ਦੇ ਵਿੱਚ f ਦਿੱਤੀ ਹੋਈ ਹੈ 95, c ਦੀ ਵੈਲਿਊ ਫਾਈਂਡ ਕਰਨ ਲਈ ਕਹਿ ਰਿਹਾ ਆਪਾਂ। ਉਸ ਤੋਂ ਨੈਕਸਟ ਕੀ ਕਹਿ ਰਿਹਾ ਵਾ, ਕਹਿੰਦਾ ਜੇ ਸੈਲਸੀਅਸ 0 ਹੋ ਜਾਣ ਤਾਂ ਫਾਰਨਹਾਈਟ ਕਿੰਨੇ ਹੋਣਗੇ। ਦੇਖੋ ਜੇ ਸੈਲਸੀਅਸ 0 ਹੋ ਗਏ, ਪਹਿਲਾਂ ਆਪਾਂ ਸੈਲਸੀਅਸ ਨੂੰ 0, c ਨੂੰ 0 ਪੁੱਟ ਕਰ ਲਓ, 9 into 0 ਕਿੰਨਾ ਹੁੰਦਾ 0 ਹੁੰਦਾ, ਤਾਂ ਆਪਣੇ ਕੋਲ ਫਾਰਨਹਾਈਟਸ ਕਿੰਨੇ ਆ ਜਾਣਗੇ। ਫਾਰਨਹਾਈਟਸ ਆਣਗੇ ਆਪਣੇ ਕੋਲ 160/5। ਉਹਨੂੰ ਸੋਲਵ ਕਰ ਲਓ, ਯੂ ਵਿਲ ਗੈਟ ਯੂਰ ਆਨਸਰ। ਅਗਲੀ ਵਾਰ ਉਹ ਕੀ ਕਹਿ ਰਿਹਾ ਵਾ, ਓਬਲੀਕ ਦਾ ਸਾਈਨ ਦਾ ਮਤਲਬ ਨੈਕਸਟ, ਇਹ ਇੱਕ ਕੁਐਸਚਨ ਦੇ ਵਿੱਚ, ਇੱਕ ਪਾਰਟ ਦੇ ਵਿੱਚ ਦੋ ਕੁਐਸਚਨ ਪੁੱਛੇ ਹੋਏ ਆ। ਉਹਨੂੰ ਕਹਿੰਦਾ ਜੇ ਫਾਰਨਹਾਈਟ 0 ਹੋ ਗਏ ਫਿਰ, ਜੇ ਫਾਰਨਹਾਈਟ 0 ਹੁੰਦੇ ਆ ਇੱਥੇ ਪੁੱਟ ਕਰ ਲਓ, ਫਾਰਨਹਾਈਟ 0, f 0 ਕਰੋਗੇ 5 0 ਦਾ 0, ਤਾਂ ਇਹ ਆ ਜਾਏਗਾ 0 is equals to 9c plus 160। 160 ਇੱਧਰ ਪਲੱਸ ਹੈ, ਇੱਧਰ ਕੀ ਹੋਏਗਾ ਮਾਈਨਸ, ਮਾਈਨਸ 160 is equals to 9c। ਤਾਂ c ਕਿੰਨਾ ਆ ਗਿਆ ਆਪਣੇ ਕੋਲ, ਮਾਈਨਸ ਆਫ 160/9,
ठीक है जी। सो इतने थोड़ा फोर्थ पार्ट भी कुछ इतना करके होगा। फिफ्थ पार्ट से पूछा वा भी कोई यह जिहा पॉइंट हैगा वा जिहड़े उपर सैल्सीयस ते फारेनहाइट दोनों सेम होण ते इस इक्वेशन में सैटिस्फाइड भी कर दो। बेटा वो पॉइंट है -40 डिग्री सैल्सीयस पुट कर दो तो -40 डिग्री ही फारेनहाइट पुट कर दो। ये जस्ट इदा ही लिखना सैल्सीयस से फारेनहाइट -40 जो तुम इन्ना लिख दोगे यू विल गेट योर आंसर ऑफ दिस क्वेश्चन। बस तुम ये वर्डिंग लिख देना -40 एंड -40 सैल्सीयस -40 आ गया, फारेनहाइट भी कितना आ गया अपने को -40। ये दोनों जो तुम वैल्यूज तुम चैक कर सकते हो जो ये दोनों वैल्यूज ए वाली इक्वेशन पुट करोगे ना ए वाली इक्वेशन लैफ्ट हैंड साइड ते राइट हैंड साइड दोनों थोड़ियां सेम आ गई। क्लियर। सो हियर दिस एक्सरसाइज इज ओवर। नाउ लेट अस मूव ऑन द नेक्स्ट अ वेरी शॉर्ट एक्सरसाइज। So we are here with exercise 4.4 क्वेश्चन नंबर 1। ठीक है जी। देखो क्वेश्चन की स्टेटमेंट अपन दी हुई है जोमैट्रिक रिप्रजेंटेशन देनी है ਆਪਾਂ y इज इक्वल टू 3 ਨੂੰ ਪਹਿਲਾਂ 1 वेरिएबल ਦੇ ਵਿੱਚ ਫਿਰ 2 वेरिएबल्स ਦੇ ਵਿੱਚ। ਸੋ ਜਦੋਂ 1 वेरिएबल है ਤਾਂ ਸਿੰਪਲ ਹੈ 1 वेरिएबल ਦੇ ਲਈ ਸੋਲੂਸ਼ਨ ਦੇਖੋ ਤੁਸੀਂ ਕੀ ਕਰਨਾ ਤੁਸੀਂ x एक्सिस ਡਰਾ ਕਰ ਲਓ y एक्सिस। ठीक है दिस इज योर x एक्सिस दिस इज योर y एक्सिस। ਜਦੋਂ ਉਹਨੇ 1 वेरिएबल की गल की थोड़े लिए ਇਹਦਾ असर खत्म हो जाता। y की वैल्यू कितनी है इक्वल टू 3 मान लो इतने y की वैल्यू 1 होगी इतने 2 होगी इतने 3 तो आ जो पॉइंट है इनू आप कहांगे 1 वेरिएबल रिप्रजेंटेशन। ठीक है ये हो गया अपना 2 वेरिएबल के विच इनू लिखोगे तुसी देखो y इज इक्वल टू 3 है ना 2 वेरिएबल मतलब एक वेरिएबल आपको x चाहिए हुण x है भी नहीं ते चाहिए भी दोनों गल्लां नहीं। सो किवें लेके आवांगे इत्थे लिख लो 0 * x। ਹੁਣ देखो इत्थे ਹੁਣ ग्राफ ਦੇ ਦੁਆਰਾ देखो y ਦੀ वैल्यू फिक्स सी 3। ठीक है y ਦੀ वैल्यू 3 फिक्स है ना y इज इक्वल टू 3 है। इत्थे ਆਪਾਂ 2 वेरिएबल च रिप्रेजेंट करना ਹੁਣ x ਦੀ ਇਹਦਾ मतलब y ਦੀ वैल्यू ने 3 ही रहना वा काले लिए 3 रहना वा x ਦੀ हर एक वैल्यू ਲਈ मतलब x ਦੀਆਂ वैल्यूज जिन्नियां मर्जी चेंज करी चलो बट y ਦੀ वैल्यू की रह रही है एक फिक्स रह रही है 3। ਇਹਨੂੰ ਬੋਲਦੇ ਆਪਾਂ रिप्रेजेंटेशन इन 2 वेरिएबल्स। सो इत्थे आके थोड़ा यही पार्ट खत्म हो जाता वा। लेट अस सी नेक्स्ट वन। सेकंड क्वेश्चन देखो ज्योमेट्रिक रिप्रेजेंटेशन ऑफ 2x + 9 इक्वल टू 0 इन 1 वेरिएबल एंड 2 वेरिएबल। क्वेश्चन सेम ही है स्टेटमेंट चेंज की है। पहला अपने को सी y इज इक्वल टू 3 हुण अपने को है 2x + 9 इज इक्वल टू वट इज इक्वल टू 0। सो देखते हैं हुण आप की कर सकते हैं। पहला तो देख लो जो दिता है 2x + y इज इक्वल टू 9 1 वेरिएबल की गल की है 2x इज इक्वल टू -9 9 प्लस सी इधर माइनस हो गया x की वैल्यू कितनी आएगी -9/2। इनु रिप्रेजेंट कर दो सिंपल -9/2 इतने 0 होंगी है -9/2 हुंदा कितना वो चेक कर लो 4 पॉइंट समथिंग होगा। सो आप इतने जो कंसीडर कर लेते हैं -9/2 मान लो इतने इनु सर्कल कर दो बस दिस विल बी द आंसर इन 1 वेरिएबल। ठीक है जी हम 2 वेरिएबल की गल करते हैं 2 वेरिएबल के विच y कितनी है 2x + 0 * y इज इक्वल टू -9 कुछ इदा कर दिए। ठीक है जी उस तो बाद इनू होर की लिख सकते हैं अपन हुण आपां इनू इस फॉर्म दे विच लिख रहे हैं ना। हुण इहदी रिप्रेजेंटेशन किवें करोगे हुण देखो x की वैल्यू कितनी है x की वैल्यू कितनी है -9/2 आपां फाइंड आउट कीती है ना 1 वेरिएबल च x की वैल्यू कितनी सी -9/2। ਇਹਦਾ मतलब x की वैल्यू ਜਦੋਂ -9/2 ਆ ਤਾਂ ਜਿਹੜੀ y ਦੀ वैल्यू ਆ ਉਹ ਕੀ ਆ कोई भी हो सकती है। तो ग्राफ देखो x की वैल्यू -9/2 मान लो इतने है तो हम आप कह रहे हैं कि y की वैल्यू कोई भी हो सकती है। कोई भी का मतलब की है भी y की हर एक वैल्यू के लिए x की वैल्यू कितनी रह रही है बिल्कुल फिक्स रह रही है 9/2। तो इन्हों रिप्रेजेंट करेंगे इतना भी y की जिन्नियां मर्जी वैल्यू चेंज करी चलो बट x वाली जी लाइन है वो की है पैरेलल टू y एक्सिस है ते फिक्स है उन्होंने आप चेंज नहीं कर सकते। सो दीज आर द रिप्रेजेंटेशंस ऑफ दिस क्वेश्चन। हियर स्टूडेंट्स लेट मी चेक वंस। हाँ जी सो योर चैप्टर इज कंप्लीटेड फ्रॉम माई साइड मेरी साइड तो थोड़ा चैप्टर कंप्लीट हो गया। आई होप सो तुम सारे भी नाल नाल अपना चैप्टर कंप्लीट कर रहे होवोगे। ठीक है जी हाँ इस चैप्टर की लास्ट वीडियो
ਵਟਐਵਰ ਸਟੂਡੈਂਟਸ ਜਿਹੜੇ ਵੀ ਤੁਸੀਂ ਦੇਖ ਰਹੇ ਹੋ ਪਲੀਜ਼ ਲਾਈਕ ਐਂਡ ਕਮੈਂਟ ਕਰਨੇ ਹੋ ਵੀਡੀਓ ਦੇ ਉੱਪਰ, ਤਾਂ ਕਿ ਮੈਨੂੰ ਇਹ ਪਤਾ ਚੱਲੇ ਕਿ ਤੁਹਾਡੇ ਚੋਂ ਕਿੰਨਿਆਂ ਨੇ ਲਾਸਟ ਐਕਸਰਸਾਈਜ਼ ਦੀ ਵੀਡੀਓ ਦੇਖ ਲਈ ਤੇ ਕਦੋਂ ਦੇਖੀ ਹੈ। ਓਕੇ, ਥੈਂਕ ਯੂ ਐਂਡ ਹੈਵ ਅ ਵੰਡਰਫੁਲ ਡੇ, ਸਟੇ ਸੇਫ, ਸਟੇ ਹੋਮ।